ਸਭ ਦੁਨੀਆ ਵਿੱਚ ਸਭ ਤੋਂ ਵੱਡੀ ਜਿਹੜੀ ਲੈਬੋਰੇਟਰੀ ਹੈ ਨਾ, ਮੈਂ ਇਹ ਗੱਲ ਕਰਨਾ, ਉਹ ਬੰਦੇ ਦੀ ਜ਼ੁਬਾਨ ਹੈ ਤੇ ਇਹ ਬੰਦੇ ਦਾ ਗਲਾ ਹੈ। ਜਦੋਂ ਤੁਸੀਂ ਦੁੱਧ ਨੂੰ ਪੀਣਾ ਹੈ ਤੇ ਜਦੋਂ ਦੁੱਧ ਗਲੇ ਤੋਂ ਥੱਲੇ ਜਾਣਾ ਤੇ ਤੁਹਾਨੂੰ ਦੁੱਧ ਨੇ ਦੱਸ ਦੇਣਾ ਵਿੱਚ ਪਾਣੀ ਹੈ ਜਾਂ ਵਿੱਚ ਕੋਈ ਹੋਰ ਚੀਜ਼ ਮਿਕਸ ਹੈ। कितना दूध बेचते हैं आप रोजाना? अल्हम्दुलिल्लाह जी, अल्लाह ਦਾ ਬੜਾ ਕਰੋ। मन्नों में टन्नों में? ਪਿੱਛੇ ਟੱਪ ਪੈਣ ਨਾ, ਇਹਨਾਂ ਹੀ ਦੁੱਧ ਆਉਂਦਾ ਤਕਰੀਬਨ ਕੋਈ 1000 ਲੀਟਰ 900 ਲੀਟਰ ਦੇ ਦਰਮਿਆਨ ਤੋਂ 250 ਜਾਨਵਰ ਹੈਗਾ, ठीक, गाय ਤੇ पैसे पा के। लाहौर में जो दूध खुला मिलता है उसमें फर्टिलाइजर यूरिया खाद डाली जाती है, उसमें सरफ डाली जाती है ताकि उस पे बलाई या झाग बने। ऐसी खबरों में सदाकत है। हेलो पाकिस्तान, आजाद डिजिटल लाहौर से मैं हूं आपके साथ जाहिर महमूद। नाज़रीन, लाहौर में खुलेआम दूध बेचना जो है उसके ऊपर बहुत ज्यादा एतराज़ात उठाए जाते हैं कि उसमें बहुत सारे बैक्टीरिया होते हैं, वो बहुत सारी बीमारियां फैलाते हैं। मगर आज हम मौजूद हैं अर्रहमान शीरी फरोश के पास। मलक हारून साहब हमारे साथ मौजूद हैं जो गुज़िश्ता 100 साल से 4 पुश्तों से लाहौर में सबसे ज्यादा दूध जो है वो बेचते आ रहे हैं और इनकी शॉप पे सुबह से लेकर शाम तक बहुत ज्यादा रश होता है। इनसे आज हम बात करेंगे और जानेंगे कि फूड अथॉरिटी को जो एतराज़ात हैं खुले दूध के ऊपर, उनसे ये किस तरह नबर आजमा होते हैं। और उसके अलावा जो उसमें कहते हैं जी कि इसमें सर्फ डाली जाती है, फर्टिलाइजर्स डाली जाती हैं, दूध नकली होता है या असली होता है, इस हवाले से हम इनसे बात करेंगे और जानेंगे असली दूध की खुसूसियात। अस्सलाम वालेकुम जी। जी वालेकुम सलाम। कैसे हैं जनाब? अल्लाह शुक्र भाईजान। कितना दूध बेचते हैं आप रोजाना? अल्हम्दुलिल्लाह जी, अल्लाह ਦਾ ਬੜਾ ਕਰੋ। मन्नों में टन्नों में? माशाल्लाह जी, अल्लाह ਦੀ ਬੜੀ ਰਹਿਮਤ ਹੈ। ਤੁਹਾਨੂੰ ਰਸ਼ ਤੋਂ ਅੰਦਾਜ਼ਾ ਹੁੰਦਾ ਹੀ ਪਿਆ ਕਿ ਅੱਲਾਹ ਪਾਕ ਨੇ ਕਿੱਡਾ ਕਰਮ ਕੀਤਾ तो है। यही रश सुबह से शाम तक रहता है। जी जी माशाल्लाह। कौन कौन सा दूध बेचते हैं? ਤਾਜ਼ਾ ਦੁੱਧ ਹੁੰਦਾ ਸਰ, ਕੱਚਾ ਦੁੱਧ, ਉਸ ਤੋਂ ਬਾਅਦ ਕੜਾਈ ਵਾਲਾ ਦੁੱਧ ਹੁੰਦਾ ਗਰਮ ਸਰਦੀਆਂ ਦੇ ਵਿੱਚ, ਤੇ ਕੂਲਰ ਦਾ ਮਿੱਠਾ ਦੁੱਧ ਹੁੰਦਾ, ਰਬੜੀ ਵਾਲਾ ਦੁੱਧ ਹੁੰਦਾ। ये सारा दूध कहाँ से कलेक्ट करते हैं? ਬਾਈ ਸਾਡਾ ਨਾ ਤਾਜ਼ੇ ਦੁੱਧ ਦਾ ਕੰਮ ਹੈ ਮਾਸ਼ਾਅੱਲਾ। ਸਾਡਾ ਸ਼ਰਕਪੁਰ ਸ਼ਰੀਫ, ਮੰਡੀ ਫੈਜ਼ਾਬਾਦ, ਠੀਕ, ਨਨਕਾਣਾ ਸ਼ਰੀਫ, ਇਹ ਤਕਰੀਬਨ ਸਾਰੀ ਲੀ ਇਹਨਾਂ ਦੇ ਸੱਜੇ ਖੱਬੇ ਜਿੰਨੇ ਪਿੰਡ ਨੇ ਨਾ, ਇਹ ਤੇ ਸਾਡੇ ਸਾਡੀਆਂ ਮਾਨਾਂ ਹੋਈਆਂ ਨੇ ਇਹਨਾਂ ਪਿੰਡਾਂ ਦੇ ਵਿੱਚ। ਸਾਡਾ ਦੁੱਧ ਸਾਡਾ ਤਾਜ਼ਾ ਇਹਨਾਂ ਪਿੰਡਾਂ ਦੇ ਵਿੱਚੋਂ ਆ ਰਿਹਾ। तो अपनी भैंसें नहीं है? ਆਪਣਾ ਫਾਰਮ ਵੀ ਹੈਗਾ ਸਾਡਾ, ਆਪਣਾ ਮਾਸ਼ਾਅੱਲਾ ਫਾਰਮ ਵੀ ਹੈਗਾ, ਠੀਕ ਹੈ, ਕੋਟ ਅਬਦੁਲ ਮਲਕ ਨਾ ਸਾਡਾ ਆਪਣਾ ਫਾਰਮ ਵੀ ਹੈਗਾ। कितनी भैंसें गायें वगैरह रखी हुई हैं? ਤਕਰੀਬਨ ਆਪਣੇ ਫਾਰਮ ਦਾ ਦੇਖੋ ਨਾ, ਇੱਥੇ ਪੂਰਾ ਨਹੀਂ ਨਾ ਹੋ ਸਕਦਾ। ਅਲਹਮਦੁਲਿल्लाह, ਅੱਲਾਹ ਦੀ ਜਿਹੜੀ ਰਹਿਮਤ ਹੈ, ਠੀਕ ਹੈ। ਸਾਡੇ ਕੋਲ ਤਕਰੀਬਨ ਸਮਝ ਲਓ ਕੋਈ 250 ਜਾਨਵਰ ਹੈਗਾ, ठीक, गाय ਤੇ पैसे पा के। अच्छा, ये जो कड़ाही वाला दूध होता है सर्दी में बड़ा लोग शौक से इस्तेमाल करते हैं, क्या खास बात होती है इसमें? महंगा भी होता है ये? ਕੜਾਈ ਦਾ ਦੁੱਧ ਭਾਈ ਜੀ ਦੇਖੋ ਨਾ, ਇਹਨੇ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਕਿ ਕੜਾਈ ਦਾ ਦੁੱਧ ਪਹਿਲੇ ਇਹਨੂੰ ਗੋਦਾਮ ਦੇ ਜੋ ਉਬਾਲਾ ਦੇ ਕੇ ਅਸੀਂ ਇਹਨੂੰ ਕੜਾਈ ਵਿੱਚ ਪਾਣਾ ਹੈ। ਫਿਰ ਕੜਾਈ ਵਿੱਚ ਜਿਸ ਟਾਈਮ ਦੁੱਧ ਨੇ ਪੈਣਾ ਉਦੋਂ ਹੀ ਉਬਾਲਾ ਆਣਾ ਹੈ, ਠੀਕ ਹੈ। ਉਹ ਕਿਵੇਂ ਦੁੱਧ ਥੱਲੇ ਹਲਕੀ ਆਂਚ ਇਹਦੇ ਥੱਲੇ ਰਹਿਣੀ ਹੈ, ਉਵੇਂ ਦੁੱਧ ਨੂੰ ਉਬਾਲੇ ਆਉਂਦੇ ਰਹਿਣੇ ਨੇ, ਠੀਕ ਹੈ। ਹਲਕੀ ਆਂਚ ਤੇ ਦੁੱਧ ਪੱਕ ਕੇ ਦੁੱਧ ਦਾ ਟੇਸਟ ਬਣ ਜਾਣਾ, ਦੁੱਧ ਗਾੜਾ ਹੋ ਜਾਣਾ। ਔਰ ਵੈਸੇ ਵੀ ਸਰਦੀਆਂ ਦੇ ਵਿੱਚ ਅਗਰ ਦੁੱਧ ਤੁਹਾਡੇ ਕੋਲ ਕੜਾਈ ਦੇ ਵਿੱਚ ਤਾਜ਼ਾ ਦੁੱਧ ਹੈ ਨਾ, ਉਹਦੀਆਂ ਖੁਸ਼ਬੂਆਂ ਹੀ ਲਾਦਾ ਨੇ, ਠੀਕ ਹੈ, ਬਰਕਤਾਂ ਹੀ ਲਾਦਾ ਨੇ ਮਾਸ਼ਾਅੱਲਾ, ठीक है। इस पे जो मलाई होती है, बालाई, इससे मक्खन और घी वगैरह बन जाता है? ਬਿਲਕੁਲ ਜੀ, ਇਹਨੇ ਤਾਂ ਬਣਦਾ, ਲੇਕਿਨ ਉਹ ਸਾਡੇ ਕੋਲ ਲੱਦ ਹੀ ਕੋਈ ਨਹੀਂ ਹੈਗੀ। ਉਹਦੀ ਵਜ੍ਹਾ ਇਹ ਹੈ ਕਿ ਇਹ ਕੜਾਈ ਮਾਸ਼ਾਅੱਲਾ 3-4 ਦਫਾ ਤੇ ਭਰਨੀ ਹੁੰਦੀ ਹੈ, ਠੀਕ ਹੈ। ਤੇ ਉਹ ਪਹਿਲੀ ਦਫਾ ਜਿਹੜੇ ਕਸਟਮਰ ਨੂੰ ਮਲਾਈ ਮਿਲਦੀ ਉਸ ਤੋਂ ਬਾਅਦ ਕਿਵੇਂ ਦੁੱਧ ਪੈਂਦਾ ਉਵੇਂ ਮਾਸ਼ਾਅੱਲਾ ਸੇਲ ਹੁੰਦਾ ਜਾਂਦਾ, ਠੀਕ ਹੋ ਗਿਆ। ਮੱਖਣ ਤੇ ਘੀ ਬਣਦਾ ਹੈਗਾ, ਪਹਿਲੇ ਇਹਦਾ ਮੱਖਣ ਬਣਦਾ, ਮੱਖਣ ਤੋਂ ਘੀ ਤਿਆਰ ਹੁੰਦਾ ਇਹਦੀ ਮਲਾਈ ਦਾ। ਲੇਕਿਨ ਉਹ ਬੰਦੇ ਕਰਦੇ ਨੇ ਜਿਨ੍ਹਾਂ ਦੀ ਦੇਖਣਾ ਕੜਾਈ ਸੇਲ ਨਹੀਂ ਹੁੰਦੀ, ਕੜਾਈ ਰਾਤ ਨੂੰ ਬਚ ਜਾਂਦੀ। ਇਹ ਤੇ ਅਲਹਮਦੁਲਿल्लाह ਰਾਤ ਨੂੰ ਕੋਈ ਸ਼ਾਇਦ ਬਚਦੀ ਕੋਈ ਨਹੀਂ ਹੈਗੀ। माशाल्लाह, आप गुजर बरादरी से है ना? नहीं जी, ਅਸੀਂ ਮਲਕ ਹਾਂ ਮਾਸ਼ਾअल्लाह। अच्छा, अब मुझे ये बताएं, चलें गुजर बरादरी की तरफ मैं सवाल लेके जाना चाह रहा था कि जो दूध आप हमें घरों में लेके जाते हैं उस पे तो बलाई नहीं चढ़ती, इस पे कैसे चढ़ जाती है? ਨਹੀਂ, ਉਹਦੇ ਵਿੱਚ ਇਹ ਹੁੰਦਾ ਨਾ, ਜਿਹੜਾ ਦੁੱਧ ਤੁਸੀਂ ਲੋਕ ਘਰਾਂ ਹੀ ਲੈਂਦੇ ਜੀ ਨਾ, ਠੀਕ ਹੈ। ਮਲਾਈ ਉਹਦੇ ਤੇ ਵੀ ਹੁੰਦੀ ਹੈ, ਲੇਕਿਨ ਤਰੀਕਾਕਾਰ ਹੁੰਦਾ ਹੈ ਨਾ। ਹੁਣ ਹਰ ਬੰਦੇ ਨੂੰ ਇਸ ਚੀਜ਼ ਦਾ ਨਹੀਂ ਪਤਾ ਹੈ ਕਿ ਜਿਸ ਟਾਈਮ ਲੋਕ ਘਰਾਂ 'ਚ ਦੁੱਧ ਲੈ ਕੇ ਜਾਂਦੇ ਨੇ, ਦੁੱਧ ਨੂੰ ਉਬਾਲਾ ਦੇ ਕੇ ਉਹਦੇ ਤੇ ਢੱਕਣ ਰੱਖ ਦਿੰਦੇ ਨੇ। ਜਦੋਂ ਢੱਕਣ ਰੱਖ ਦਿੰਦੇ ਨੇ, ਜ਼ਾਹਰੀ ਗੱਲ ਹੈ ਉਹ ਫਿਰ ਉਹ ਤਰੀਕੇ ਦੀ ਮਲਾਈ ਨਹੀਂ ਆਣੀ, ਜਿਸ ਤਰੀਕੇ ਦੀ ਜਾਂ ਜਿੰਨੀ ਮੋਟੀ ਮਲਾਈ ਹੈ। ਇਹ ਹੁਣ ਦੁੱਧ ਕੜਾਈ ਵਿੱਚ ਪਿਆ ਤਕਰੀਬਨ ਕੋਈ ਸਮਝ ਲਓ ਕੋਈ 4 ਵਜੇ ਦਾ, ठीक है, दोपहर टाइम 4 बजे था। 4 बजे था? हाँ जी, 4 बजे दोपहर टाइम 4 बजे हमने। नहीं, कितना दूध पड़ा इसमें? ਇਹਦੇ ਤਕਰੀਬਨ ਅਸੀਂ ਪਾਇਆ ਸੀ ਕੋਈ 220 ਲੀਟਰ ਦੁੱਧ ਇਹਦੇ ਵਿੱਚ ਪਾਈਦਾ, ਠੀਕ ਹੈ। ਅੱਛਾ, ਉਹ ਜਦੋਂ ਦੁੱਧ ਇਹਦੇ ਗਰਮ ਪਾਈਦਾ, ਇਹਦੇ ਉੱਤੇ ਫਿਰ ਹਲਕੀ ਜਿਹੀ ਨਾ ਹਲਕੀ ਥੱਲੇ ਆਂਚ ਚਲਾ ਦਿੱਤੀ ਹੈ ਅੱਗ ਦੀ। तो आस्ता आस्ता अल्लाह ख्याल करे वो मलाई जमती वो टाइम लगता ना, ठीक है। अच्छा, हम सुनते हैं बहुत ज्यादा लोग भी डिस्कस करते हैं जी कि यहाँ लाहौर में जो दूध खुला मिलता है उसमें फर्टिलाइजर यूरिया खाद डाली जाती है, उसमें सरफ डाली जाती है ताकि उस पे बलाई या झाग बने। ऐसी खबरों में सदाकत है? असल ना भाईजान, ऐसी गल कोई नहीं हैगी। देखो मैं ਤੁਹਾਨੂੰ ਗੱਲ ਦੱਸਾਂ,
ਕਿ ਇਹ ਦੁੱਧ ਵਾਲਿਆਂ ਨੂੰ ਬਦਨਾਮ ਕੀਤਾ ਜਾਂਦਾ ਹੈ, ਠੀਕ ਹੈ। ਇਸ ਵਜ੍ਹਾ ਤੋਂ ਕੋਈ ਇਹ ਦੁੱਧ ਖੁੱਲਾ ਦੁੱਧ ਬੰਦ ਕਰ ਦੇਣ, ਠੀਕ ਹੈ। ਆ ਜਿੰਨੀਆਂ ਮਲਟੀਨੈਸ਼ਨਲ ਕੰਪਨੀਆਂ ਨਾ, ਇਹ ਨੈਸਲੇ ਹੋ ਗਈ, ਠੀਕ ਹੈ, ਐਂਗਰੋ, ਇਹ ਚਾਹੁੰਦੇ ਨਹੀਂ ਹੈਗੇ ਕਿ ਦੁੱਧ ਖੁੱਲਾ ਦੁੱਧ ਸੇਲ ਹੋਵੇ, ਠੀਕ ਹੈ। ਇਹ ਚਾਹੁੰਦੇ ਨੇ ਕਿ ਸਾਡੇ ਡੱਬੇ ਦੀ ਪੈਕਿੰਗ ਸੇਲ ਹੋਵੇ। ਦੇਖੋ ਨਾ, ਜਿਹੜਾ ਡੱਬੇ ਦਾ ਦੁੱਧ ਹੈ, ਪਹਿਲੀ ਗੱਲ ਤੇ ਵੀ ਉਹਦੇ ਵਿੱਚੋਂ ਕਰੀਮ ਕੱਢ ਲੈਂਦੇ ਨੇ, ਠੀਕ ਹੈ। ਜਿੰਨੇ ਜਿਹੜੀ ਉਹਦੀ ਤਾਕਤ ਹੈ, ਪਾਵਰ ਹੈ, ਠੀਕ ਹੈ, ਫੈਟ ਉਹ ਵਿੱਚੋਂ ਕੱਢ ਲੈਂਦੇ ਨੇ। ਬਾਕੀ ਉਹ 3-5 ਦੁੱਧ 3-4 ਫੈਟ ਦਾ ਦੁੱਧ ਡੱਬੇ ਵਾਲੇ ਪੈਕ ਕਰਦੇ ਨੇ, ਠੀਕ ਹੋ ਗਿਆ। ਦੁੱਧ ਦੀ ਫੈਟ ਤੇ ਮਾਸ਼ਾਅੱਲਾ ਦੇਖੋ ਨਾ, ਦੁੱਧ ਦੀ ਫੈਟ ਤੇ 6-0 ਵੀ ਹੁੰਦੀ ਹੈ। ਬਾਕੀ ਉਹ ਫੈਟ ਹੁੰਦੀ ਕਰੀਮ, ਉਹ ਵਿੱਚੋਂ ਦੁੱਧ ਦੀ ਜੋ ਫੈਟ ਕੱਢ ਕੇ ਕਰੀਮ ਕੱਢ ਕੇ ਉਹ ਕਰੀਮ ਸੇਲ ਕਰ ਦਿੰਦੇ ਨੇ, ਜਾਂ ਉਹਦਾ ਦੇਸੀ ਘੀ ਬਣਾ ਕੇ ਸੇਲ ਕਰ ਦਿੰਦੇ ਨੇ। ਬਾਕੀ ਉਹ ਪੈਕਿੰਗ ਕਰ ਦਿੰਦੇ ਨੇ ਡੱਬੇ ਦੇ ਵਿੱਚ। ਭਾਈਜਾਨ ਐਡਾ ਖਾਲਸ ਦੁੱਧ ਪੈਕ ਹੋ ਹੀ ਨਹੀਂ ਸਕਦਾ। आप जो इसमें पानी डालते हैं ढेरों सारा मन्नों के हिसाब से, वो ਅੱਛਾ, ਜਿਹੜਾ ਪਾਣੀ ਵਾਲੀ ਗੱਲ ਹੈ ਨਾ ਭਾਈ, ਮੈਂ ਤੁਹਾਨੂੰ ਦੱਸ ਦਿੰਦਾ, ਹਰ ਬੰਦਾ ਪਾਣੀ ਨਹੀਂ ਪਾਉਂਦਾ ਹੈਗਾ, ਠੀਕ ਹੈ। ਨਾ ਹੀ ਹਰ ਬੰਦਾ ਇਹਦੇ ਵਿੱਚ ਮੇਰੇ ਕੋਈ ਕਰਦਾ ਕਿਸੇ ਕਿਸਮ ਦਾ ਮਕਸਦ। ਗੱਲ ਕਰਨ ਦਾ ਇਹ ਵੇ ਕਿ ਪਾਣੀ ਮੈਂ ਹੀ ਗੱਲ ਕਰਨਾ ਵਾ, ਠੀਕ ਹੈ। ਮੈਂ ਹੀ ਗੱਲ ਕਰਨਾ, ਮੈਂ ਆਪਣੇ ਜ਼ਾਤੀ ਤੌਰ ਤੇ ਅਲਹਮਦੁਲਿਲਾ ਅਸੀਂ ਆਪਣੀ ਦੁਕਾਨ ਦੇ ਦੁੱਧ ਹੀ ਪਾਣੀ ਨਹੀਂ ਪਾਇਆ, ਨਾ ਪਾਣੀ ਵਾਲਾ ਲਿਆ। ਅਗਰ ਸ਼ਾਜ਼ੋ ਨਾਜ਼ਰ ਪਿੱਛੇ ਕਿਸੇ ਸਾਮੀ ਨੇ ਠੀਕ ਹੈ ਪੀਣਾ ਥਾ ਵਈ ਨਾ, ਕਿਸੇ ਬੰਦੇ ਨੇ ਦੁੱਧ ਦੇਣ ਲੱਗਾ, ਪਾਣੀ ਪਾਈ ਤਾਂ ਬਕਾਇਦਾ ਸਾਡੇ ਕੋਲ ਲੈਬੋਰਟਰੀਜ਼ ਮੌਜੂਦ ਨੇ, ਠੀਕ ਹੈ। ਅਸਾਂ ਦੁੱਧ ਦੇ ਸੈਂਪਲ ਲਾਣੇ ਨੇ, ਠੀਕ ਹੈ। ਦੁੱਧ ਨੂੰ ਚੈੱਕ ਕਰਨਾ ਹੈ ਜ਼ਬਾਨ ਨਾਲ, ਉਸ ਤੋਂ ਬਾਅਦ ਦੁੱਧ ਲੈਬੋਰਟਰੀ ਲਾ ਕੇ ਅਗਰ ਦੁੱਧ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਮੀ ਪੇਸ਼ ਹੈਗੀ ਪਾਣੀ ਦੀ ਹੱਦ ਤੱਕ, ਠੀਕ ਹੈ, ਉਹ ਅਸੀਂ ਫੜ ਲੈਂਦੇ ਹਾਂ। कोई भी आके चैलेंज कर सकता है और पकड़ सकता है कि आप पानी यूज कर रहे हैं कि नहीं। ਹਾਂ ਅਲਹਮਦੁਲਿਲਾ ਅੱਲਾ ਦੀ ਮਿਹਰਬਾਨੀ ਦੇ ਨਾਲ ਗੱਲ ਇਹ ਦੇਖੋ ਨਾ, ਫੂਡ ਅਥਾਰਟੀ ਦੀ ਜਿਹੜੀ ਕੋ ਮਿਲਕ ਦੀ ਫੈਟ ਹੈ ਨਾ, ਜਿਹੜੀ ਉਹ ਜੋ ਉਹਨਾਂ ਦਾ ਸਟੈਂਡਰਡ ਫੂਡ ਅਥਾਰਟੀ ਆਂਦੀ ਹੈ ਕਿ ਤੁਸੀਂ ਸਾਨੂੰ ਸਟੈਂਡਰਡ ਰੱਖੋ। ਦੁਕਾਨਦਾਰ ਕੋ ਮਿਲਕ 3 ਕਿਸਮ ਦਾ ਮਿਲਕ ਹੈ, ਇੱਕ ਕੋ ਮਿਲਕ ਹੈ, ਇੱਕ ਬੈਫਲੋ ਹੈ, ਇੱਕ ਮਿਕਸ ਮਿਲਕ ਹੈ, ਠੀਕ ਹੈ। ਫੂਡ ਅਥਾਰਟੀ ਇਹ ਗੱਲ ਆਂਦੀ ਹੈ ਕਿ ਤੁਸੀਂ ਕੋ ਮਿਲਕ ਦੀ ਫੈਟ ਰੱਖੋ 3-5, ਠੀਕ ਹੈ। ਤੇ ਜਿਹੜਾ ਮਿਕਸ ਬੈਫਲੋ ਮਿਲਕ ਹੈ, ਠੀਕ ਹੈ, ਉਹਦੀ ਫੈਟ ਰੱਖੋ 5-0। ਤੇ ਜਿਹੜਾ ਮਿਕਸ ਮਿਲਕ ਹੈ ਇਹਦੀ ਫੈਟ ਰੱਖੋ 4-0 ਜਾਂ 4-2.5। ये तह की मोटाई की बात करें, ਇਹ ਫੈਟ ਹੁੰਦੀ ਭਾਈ ਦੁੱਧ ਦੀ, ਜਿਹੜਾ ਨਾ परसेंटेज ਜਿਹੜਾ ਨਾ ਚੈੱਕ ਕਰਨਾ ਹੁੰਦਾ ਹੈ। ਅਗਰ ਦੁੱਧ ਦੀ ਫੈਟ ਹੈ ਨਾ 4-0, ਠੀਕ ਹੈ, ਮਿਕਸ ਮਿਲਕ ਦੀ, ਠੀਕ ਹੈ, ਜਾਂ 4-2, ਉਹ ਫੂਡ ਅਥਾਰਟੀ ਤੁਹਾਨੂੰ ਚਲਾਨ ਨਹੀਂ ਕਰਦੀ। ਹੁਣ ਸਾਡੀ ਮਾਸ਼ਾਅੱਲਾ 5-0 5-5 5-4 प्लस फैट आती है, ठीक। अच्छा, ये भी कहा जाता है कि जो खुला दूध है इसमें बहुत सारे ऐसे बैक्टीरिया होते हैं जो बहुत सारी बीमारियां फैला सकते हैं, क्योंकि आप गांव भैंसों की उस तरह केयर तो करते नहीं है, सफाई शफाई का ख्याल तो रखते नहीं है गुजर बरादरी वाले। तो फूड अथॉरिटी वाले आपको कुछ रोकते थामते नहीं है, या आपको कुछ स्टैंडर्ड्स नहीं देते कि इनको आप फॉलो अप करें? ਅੱਛਾ, ਮੈਂ ਤੁਹਾਨੂੰ ਇਹਨਾਂ ਦੱਸ ਦਣਾ ਭਾਈ। ਦੇਖੋ ਗੱਲ ਇਹ ਵੇ ਕਿ ਜਿਹੜਾ ਪਿੰਨਾ ਥਾਵਾਂ ਦਾ ਕੰਮ ਹੈ ਨਾ, ਠੀਕ ਹੈ, ਇਹ ਅਸੀਂ ਲੋਕ ਇੱਥੇ ਗੱਲ ਕਰ ਦਿੰਦੇ ਆ। ਅਸੀਂ ਲੋਕ ਬੜੇ ਆਸਾਨੀ ਨਾਲ, ਕਿਵੇਂ ਤੁਸੀਂ ਸਵਾਲ ਕੀਤਾ ਕਿ ਸਫਾਈ ਨਹੀਂ ਹੁੰਦੀ। ਭਾਈਜਾਨ ਅਗਰ ਸਫਾਈ ਨਾ ਹੋਵੇ, ਠੀਕ ਹੈ, ਤੇ ਦੁੱਧ ਦੇ ਵਿੱਚੋਂ ਸਮੈਲ ਆਵੇ, ਦੁੱਧ ਸੇਲ ਹੀ ਨਾ ਹੋਵੇ, ਇੱਕ ਗੱਲ। ਦੂਸਰੀ ਗੱਲ, ਕੋਈ ਵੀ ਬੰਦਾ ਯਾਰ, ਜਿਹੜਾ ਬੰਦਾ ਸਮਝੋ ਗੱਲ ਇਹ ਵੇ ਕਿ ਆਪ ਨਹੀਂ ਗੰਦ ਖਾਂਦਾ, ਉਹ ਕਿਸੇ ਬੰਦੇ ਨੂੰ ਵੀ ਗੰਦ ਨਹੀਂ ਖਵਾਏਦਾ, ਠੀਕ ਹੋ ਗਿਆ। ਦੁੱਧ ਵਾਲੇ ਵੈਸੇ ਹੀ ਸ਼ੁਰੂ ਤੋਂ ਹੀ ਅਜ਼ਲਾ ਤੋਂ ਸਾਨੂੰ ਦੁੱਧ ਵਾਲਿਆਂ ਨੂੰ ਕਿਸੇ ਪਾਸੇ ਅਜੇ ਤੱਕ ਇਹਨਾਂ ਨੇ ਗਿਣਿਆ ਹੀ ਨਹੀਂ ਹੈਗਾ, ਮਹਿਕਮਿਆਂ ਨੇ, ਠੀਕ ਹੈ। ਲੋਕਾਂ ਨੇ, ਲੋਕੀ ਸਮਝਦੇ ਨੇ ਦੁੱਧ ਵਾਲੇ ਅਨਪੜ੍ਹ ਨੇ, ਡਾਂਗਰੀ ਨੇ, ਉਹ ਪੁਰਾਣੀਆਂ ਗੱਲਾਂ, ਪੁਰਾਣੇ ਜ਼ੇਨ ਕੇ ਉਹ ਇੱਕ ਮਿਸਾਲ ਬਣੀ ਹੈ ਵੀ। ਗੱਲ ਇਹ ਵੇ ਕਿ ਦੁੱਧ ਵਾਲੇ ਜਿਹੜੇ ਨਾ ਉਹ ਪੈਸੇ ਐਵੇਂ ਬੇਵਕੂਫੀ ਨੇ, ਠੀਕ ਹੈ, ਕਿਸੇ ਖਾਤੇ ਨਹੀਂ ਆਉਂਦੇ, ਐਸੀ ਗੱਲ ਕੋਈ ਨਹੀਂ। ਦੁੱਧ ਵਾਲਿਆਂ ਨੂੰ ਅੱਲਾ ਦਾ ਸ਼ੁਕਰ ਹੈ, ਬੜਾ ਸ਼ਊਰ ਹੈ, ਠੀਕ ਹੈ। ਦੁੱਧ ਦਾ ਇੱਕ ਦੇਖੋ, ਮੈਨੂੰ ਇੱਕ ਗੱਲ ਦੱਸੋ, ਅੱਜ ਤੱਕ ਇਹ ਗੱਲ ਸੁਣੀ ਜੇ ਲਾਹੌਰ ਦੇ ਵਿੱਚ ਕਿ ਦੁੱਧ ਪੀ ਕੇ ਜਾਂ ਕਿਸੇ ਦੁਕਾਨ ਦਾ ਦੁੱਧ ਪੀ ਕੇ ਕਿਸੇ ਬੰਦੇ ਦੀ ਡੈਥ ਹੋਈ ਹੋਵੇ? लेकिन हमने ये तो सुना है कि बहुत सारी ऐसी फैक्ट्रियों पे छापे डाले गए और वो यूरिया डालते हुए पकड़े गए, सर्फ डालते हुए पकड़े गए। ਉਹ ਫਿਰ ਗੱਲ ਉਹ ਹੀ ਫੈਕਟਰੀਆਂ ਨੇ। ਇਹ ਜਿਹੜਾ ਯੂਰੀਆ ਸਰਫ ਵਾਲਾ ਕੰਮ ਹੈ ਨਾ, ਠੀਕ ਹੈ, ਦੇਖੋ ਮੈਂ ਜਿੰਨਾ ਕੋਈ ਮੈਨੂੰ ਨੌਲੇਜ ਹੈਗਾ, ਠੀਕ ਹੈ, 100 ਦੇ ਵਿੱਚੋਂ ਇੱਕ ਅੱਧਾ ਬੰਦਾ ਕੰਮ ਕਰੇਦਾ, ਠੀਕ ਹੈ। ਅੱਛਾ, ਹਰ ਬੰਦਾ ਕੰਮ ਨਹੀਂ ਕਰਦਾ। ਪਾਣੀ ਦੀ ਹੱਦ ਤੱਕ ਹੁੰਦਾ ਹੈ। ਦੇਖੋ ਪਾਣੀ ਦੀ ਹੱਦ ਤੱਕ ਹੁੰਦਾ ਹੈ ਕਿ ਦੁੱਧ ਪਿੱਛੋਂ ਫਰਜ਼ ਕਰੋ ਸਾਹੀਵਾਲ ਤੋਂ ਆਣਾ ਹੈ ਜਾਂ ਚੀਚਾਵਦਰੀ ਤੋਂ ਆਣਾ ਹੈ ਜਾਂ ਕੋਟ ਅਦੇ ਤੋਂ ਆਣਾ ਹੈ ਜਾਂ ਬਹਾਵਲਪੁਰ ਤੋਂ ਆਣਾ। ਸਾਰੀ ਗੱਲ ਦੁੱਧ ਦੀ ਗਰਮੀਆਂ ਦੇ ਵਿੱਚ, ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਦੁੱਧ ਉੱਥੇ ਪੀਐਚ ਹੋ ਕੇ ਆਣਾ। ਲੇਕਿਨ ਬਰਫ਼ ਅਗਰ ਬਲਾਕ 2 ਬਲਾਕ ਨਾ ਲਾਉਣ ਤੇ ਮਜਬੂਰੀ ਹੁੰਦੀ ਹੈ ਦੁੱਧ ਵਾਲਿਆਂ ਦੀ, ਠੀਕ ਹੈ। ਦੁੱਧ ਆਂਦਿਆਂ ਦੇ ਖਰਾਬ ਹੋ ਜਾਵੇ, ਦੁੱਧ ਖਰਾਬ ਨੂੰ ਬਚਾਉਣ ਵਾਸਤੇ ਬਰਫ਼ ਲਾਣੀ ਜ਼ਰੂਰੀ ਹੁੰਦੀ। ਲੇਕਿਨ ਦੇਖੋ ਬਰਫ਼ ਲਾ ਕੇ ਵੀ ਜੇ ਫੂਡ ਅਥਾਰਟੀ ਦੇ ਉੱਤੇ ਉਹਨਾਂ ਦਾ ਸਟੈਂਡਰਡ ਹੋਵੇ ਦੁੱਧ ਦਾ, ਤੇ ਯਾਰ ਫਿਰ ਉਹ ਦੁੱਧ ਵਾਲੇ ਠੀਕ ਨੇ, ਗਲਤ ਨਹੀਂ ਹੈਗੇ। फूड अथॉरिटी वाले आपको चेक करते हैं, छापे मारते हैं क्या? वो आपको देखभाल करते हैं? ਬਿਲਕੁਲ ਜੀ, ਫੂਡ ਅਥਾਰਟੀ ਵਾਲੇ ਹੁਣ ਸਾਡੇ ਕੋਲ ਛਾਪਾ ਇਹਨਾਂ ਮਾਰਿਆ 2 ਤਰੀਕ ਵਾਲੇ ਦਿਨ, ਠੀਕ ਹੈ, ਫਿਰ ਇਹਨਾਂ 4 ਤਰੀਕ ਵਾਲੇ ਦਿਨ ਛਾਪਾ ਮਾਰਿਆ, ਠੀਕ ਹੈ। बरामद हुआ? ठीक, कोई शय नहीं तो बरामद अल्लाह दी मेहरबानी होई। अच्छा, कौन सा दूध आप बेचते हैं? आपके पास कौन सी वैरायटी दस्तयाब है? ਸਾਡੇ ਕੋਲ ਕੱਚਾ ਦੁੱਧ ਹੈਗਾ, ਠੀਕ ਹੈ, ਤੇ किसका, गाय का, भैंस का? ਗਾਏ ਤੇ ਭੈਂਸ ਮਿਕਸ ਹੁੰਦਾ ਹੈ। ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ, ਕੋਈ ਬੰਦਾ ਇਹ ਗੱਲ ਕਵੇ ਨਾ ਕਿ ਮੇਰੇ ਕੋਲ ਕੱਲਾ ਭੈਂਸ ਦਾ ਦੁੱਧ ਹੈ, ਠੀਕ ਹੈ,
ਮੈਂ ਕੱਲਾ ਭੈਂਸ ਦਾ ਤੁਸੀਂ ਇਸਤੇਮਾਲ ਕਰਨਾ 100 ਵਿੱਚੋਂ ਇੱਕ ਬੰਦਾ ਨਿਕਲੇਗਾ, ਉਹ ਵੀ ਛੋਟੀ ਮਿਕਦਾਰ ਹੋਏ ਦੀ 200 ਲੀਟਰ ਹੱਦ 300 ਲੀਟਰ। ਪਹਿਲੀ ਗੱਲ ਤੇ ਬਾਈ ਜੀ ਭੈਂਸ ਕੱਲੀ ਦਾ ਦੁੱਧ ਵਾਰੇ ਜਾਂਦਾ ਹੀ ਨਹੀਂ ਹੈਗਾ, ठीक है, वो बड़ा होते चला जाता है, रेट ही बड़ा होते चला जाता है। क्या कीमतें क्या है इनकी, गैस की और गाय की और भैंस की? मिक्स मिल्क दी कीमत एक ही है, ठीक है। क्या? ਅਸੀਂ ਹੁਣ ਇੱਥੇ ਸੇਲ ਕਰਨੇ पे 190 रुपए लीटर। और गाय का वैसे कितना और भैंस का वैसे कितने? नहीं ਦੁੱਧ ਦੇ ਰੇਟ दूध का रेट ਨਹੀਂ, ਸਾਡਾ ਆਪਣੇ ਇਲਾਕੇ ਦੇ ਚ ਰੇਟ ਇੱਕ ਹੈ। ਸਾਡਾ ਨਾ ਸ਼ਰਕਪੁਰ ਸ਼ਰੀਫ ਮੰਡੀ ਫੈਜ਼ਾਬਾਦ, ਸਾਡਾ ਸ਼ੁਰੂ ਤੋਂ ਸਿਸਟਮ ਹੀ ਇੱਥੇ ਬੈਠੀ ਹੈ, ਕਿਉਂਕਿ ਸਾਡਾ ਗਾਂਵ ਵੀ ਨਾਲ ਹੀ ਹੈ। ਅਸੀਂ ਮਾਸ਼ਾਅੱਲਾ ਇਹ ਤਾਜ਼ੇ ਦਾ ਕੰਮ ਕੀਤਾ। ਪਹਿਲੇ ਇਸ ਤੋਂ ਪਹਿਲੇ ਅਸੀਂ ਨਾ ਸਨ 2012 ਦੇ ਵਿੱਚ ਅਸੀਂ ਦੁਕਾਨ ਪਾਈ ਹੈ, ਠੀਕ ਹੈ। ਇਸ ਤੋਂ ਪਹਿਲੇ ਅਸੀਂ ਸਪਲਾਇਰ ਸਾਂ, ਦੁਕਾਨਾਂ ਦੇ ਦੁੱਧ ਸਪਲਾਈ ਕਰੀਦਾ ਸੀ। मतलब वो जो पिछले 4 पुश्तों से जो 100 साल से आपका दूध का काम है वो वैसे सप्लाई करते थे, दुकान नहीं? ਦੁਕਾਨ ਨਹੀਂ ਸੀ, ਦੁਕਾਨ ਤੇ ਅਸੀਂ 2012 ਹੀ ਪਾਈ ਹੈ, ਠੀਕ ਹੈ। ਇਸ ਚੀਜ਼ ਦੀ ਵਜ੍ਹਾ ਤੋਂ ਵੀ ਲਾਹੌਰ ਦੇ ਵਿੱਚ ਕੋਈ ਦੁਕਾਨਦਾਰ ਕਾਫੀ ਦੁਕਾਨਦਾਰ ਨੇ ਜਿਹੜੇ ਅੱਛਾ ਤੋਂ ਸੇਲ ਕਰਦੇ ਪਏ ਨੇ। ਸਭ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਲੈਬਾਰਟਰੀ ਹੈ ਨਾ, ਮੈਂ ਇਹ ਗੱਲ ਕਰਨਾ, ਉਹ ਬੰਦੇ ਦੀ ਜ਼ੁਬਾਨ ਹੈ ਤੇ ਇਹ ਬੰਦੇ ਦਾ ਗਲਾ ਹੈ, ਠੀਕ ਹੈ। ਜਦੋਂ ਤੁਸੀਂ ਦੁੱਧ ਨੂੰ ਪੀਣਾ ਹੈ ਤੇ ਜਦੋਂ ਦੁੱਧ ਗਲੇ ਤੋਂ ਥੱਲੇ ਜਾਣਾ ਤੇ ਤੁਹਾਨੂੰ ਦੁੱਧ ਨੇ ਦੱਸ ਦੇਣਾ ਵਿੱਚ ਪਾਣੀ ਹੈ ਜਾਂ ਵਿੱਚ कोई और चीज मिक्स है। अच्छा मलिक साहब, मुझे एक बात बताएं, टू बी वेरी ऑनेस्ट, आपने सच्ची बात बतानी है, असली और नकली दूध की पहचान क्या है? किस तरह मैं एक आम आदमी जो आपसे दूध लेने आया है, वो तो मिक्स दूध ले रहा है, उसे नहीं पता इसमें पानी कितना है, इसमें फैट्स कितनी है, 4 है 5 है। आप बताएं, आज बता ही दें हमारे चैनल की वसातत से कि असली नकली की पहचान क्या है। अच्छा मैं ਤੁਹਾਨੂੰ ਦੱਸ ਦਿੰਦਾ ਵਾ, ਦੋ ਚੀਜ਼ਾਂ ਹੁੰਦੀਆਂ ਨੇ ਅਸਲੀ ਤੇ ਨਕਲੀ ਦੇ ਵਿੱਚ। ਅਸਲੀ ਨਕਲੀ ਤੁਸੀਂ ਆਂਦੇ ਜੀ ਇਸ ਚੀਜ਼ ਨੂੰ ਕਿ ਦੁੱਧ ਦੇ ਵਿੱਚ ਕੈਮੀਕਲ ਹੈਗਾ, ਪਾਊਡਰ ਹੈਗਾ ਜਾਂ ਨਹੀਂ ਹੈਗਾ, ਇਸ ਚੀਜ਼ ਨੂੰ ਆਂਦੇ पानी की मिलावट भी कह सकते हैं। ਉਹਨੂੰ ਤੁਸੀਂ ਅਸਲੀ ਨਕਲੀ ਵਿੱਚ ਨਹੀਂ ਲਿਆ ਸਕਦੇ, ਉਹ ਇੱਕ ਬਾਤ ਅਲੱਗ ਹੈ। ਮੈਂ ਤੁਹਾਨੂੰ ਪਹਿਲਾਂ ਇਹਦਾ ਜਵਾਬ ਦੇ ਦੇਣਾ ਪਾਣੀ ਦੀ ਮਿਕਦਾਰ ਦਾ। ਅਗਰ ਦੁੱਧ ਵਿੱਚ ਪਾਣੀ ਨਾ ਭਾਈਜਾਨ, ਉਹ ਤੁਹਾਨੂੰ ਪਤਾ ਲੱਗਣਾ ਤੁਹਾਡੀ ਜ਼ੁਬਾਨ ਦੇ ਟੇਸਟ ਤੋਂ। पतला होएगा, ਪਤਲਾ ਹੋਏਗਾ ਤੁਹਾਨੂੰ ਪਤਾ ਲੱਗ ਜਾਂਦਾ ਦੁੱਧ ਵਿੱਚ ਪਾਣੀ। ਬਾਕੀ ਦੁੱਧ ਦੀ ਜਿਹੜੀ ਸਮੈਲ ਬਾਕੀ ਹਰ ਚੀਜ਼ ਇੱਕ ਲੈਵਲ ਦੀ ਹੋਏ ਤੇ ਤੁਹਾਨੂੰ ਪਤਾ ਲੱਗ ਜਾਂਦਾ, ਠੀਕ ਹੋ ਗਿਆ। ਅੱਛਾ, ਤੇ ਜਿਹੜਾ ਪਾਊਡਰ ਵਾਲਾ ਕੰਮ ਹੈ ਨਾ ਭਾਈਜਾਨ, ਮੈਂ ਗੱਲ ਦੱਸ ਹੀ ਦਿੰਦਾ ਵਾਂ। ਦੇਖੋ ਪਾਊਡਰ ਅਗਰ ਤੁਸੀਂ ਫੜਨਾ ਜਾਂ ਕੈਮੀਕਲ ਫੜਨਾ ਨਾ, ਠੀਕ ਹੈ, ਤੁਸੀਂ ਭਾਈਜਾਨ ਸਭ ਤੋਂ ਪਹਿਲਾਂ ਦੁੱਧ ਲੈ ਜਾਓ ਆਪਣੇ ਘਰ, ਕਿਸੇ ਵੀ ਦੁਕਾਨ ਤੋਂ ਤੁਸੀਂ ਆਪਣੇ ਘਰ ਦੁੱਧ ਲੈ ਜਾਓ, ਠੀਕ ਹੈ। ਉਹ ਦੁੱਧ ਨੂੰ ਹਲਕੀ ਜਿਹੀ ਆਂਚ ਦੇ ਉੱਤੇ ਨਾ, ਹਲਕੀ ਜਿਹੀ ਆਂਚ ਥੱਲੇ ਰੱਖ ਦੇਵੋ, ਠੀਕ ਹੈ। ਕਿਸੇ ਬਰਤਨ ਵਿੱਚ ਪਾ ਕੇ ਨਾ ਹਲਕੀ ਆਂਚ ਚਲਾ ਦਿਓ। ਉਹਦੇ ਵਿੱਚ ਇੱਕ ਥਰਮਾਮੀਟਰ ਰੱਖੋ। ਜਿਸ ਟਾਈਮ ਦੁੱਧ ਤੁਹਾਡਾ ਤਕਰੀਬਨ 70-80 ਟੈਂਪਰੇਚਰ ਤੇ ਜਾਵੇ, 70 ਤੋਂ 80 ਟੈਂਪਰੇਚਰ ਤੇ ਜਾਵੇ, ਉਬਾਲਾ ਆਉਣ ਤੋਂ ਪਹਿਲੇ ਉਹ ਥੱਲੋਂ ਅੱਗ ਬੰਦ ਕਰ ਦੇਣੀ, ਠੀਕ ਹੈ। ਉਹ ਤੁਹਾਨੂੰ ਆਸਤਾ ਆਪੇ ਉੱਤੇ ਪਤਾ ਲੱਗ ਜਾਂਦਾ। ਅਗਰ ਉਹਦੀ ਕੈਮੀਕਲ ਹੋਇਆ, ਪਾਊਡਰ ਹੋਇਆ, ਉਹ ਉੱਤੇ ਲੇਅਰ ਬਣ ਜਾਣੀ। किस चीज की लेयर बने? ਅਗਰ ਆਇਲ ਹੋਇਆ ਤੇ ਉਹ ਵੀ ਉੱਤੇ ਲੇਅਰ ਬਣ ਜਾਣੀ ਹੈ, ਠੀਕ। ਉਹ ਆਇਲ ਹੋਇਆ ਤੇ ਆਇਲ ਦੀ ਲੇਅਰ ਬਣ ਜਾਂਦੀ ਸਾਰਾ ਉਹਦੇ। ਉਹ ਆਸਤਾ ਕਿਵੇਂ ਸਮਝ ਲਓ ਕਤਰਾ ਨਹੀਂ ਆਇਲ ਦਾ ਹੁੰਦਾ, ठीक, ਉੱਤੇ ਤੁਹਾਨੂੰ ਮਹਿਸੂਸ ਹੋ ਜਾਏਗਾ। ये बताएं, ये जो पीछे टैंकी सी पड़ी है, इस एक टैंकी में कितना दूध आता है? ਇਹਦੇ ਤਕਰੀਬਨ ਭਾਈ ਜੀ ਆ ਜਿਹੜੇ ਸਾਡੇ ਪਿੱਛੇ ਟੱਪ ਪੈਣ ਨਾ, ਇਹਨਾਂ ਹੀ ਦੁੱਧ ਆਂਦਾ ਤਕਰੀਬਨ ਕੋਈ 1000 ਲੀਟਰ 900 ਲੀਟਰ ਦੇ ਦਰਮਿਆਨ ਤੋਂ। 1000 उन दो में आता है, 250 इनमें आ गया, और ये माशाल्लाह सारा दिन चलता रहता है। ਅਲਹਮਦੁਲਿਲਾ ਅੱਲਾ ਦਾ ਕਰਮ ਹੈ। ਇਹ ਚੀਜ਼ਾਂ ਜਿਹੜੀਆਂ ਨਾ ਕਰਾਈ ਦਾ ਦੁੱਧ ਹੋ ਗਿਆ, ਠੀਕ ਹੈ, ਜਾਂ ਰਬੜੀ ਫਰੂਦਾ ਹੋ ਗਿਆ, ਠੀਕ ਹੈ, ਇਹ ਚੀਜ਼ਾਂ ਤੇ ਰਾਤ ਨੂੰ ਤਕਰੀਬਨ ਦੁਪਹਿਰ ਟਾਈਮ 4 ਵਜੇ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ। ਮੈਂ ਕਿ 3 ਵਜੇ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਇਹ ਰਾਤ ਫਿਰ 3 ਵਜੇ 4 ਵਜੇ तक। ये माशाल्लाह आपका बड़ा अच्छा बिजनेस जो है वो चल रहा है दूध का, और हमें बहुत कुछ नया जानने को मिला कि दूध असली कैसे हो सकता है, नकली कैसे हो सकता है, और आप माशाल्लाह मिलावट भी कम करते हैं। बड़ी खुशी हुई और बड़ी दो टोक बातें आपसे हुई, तो कोई बात बुरी लगी तो उसके लिए माफी। मिलावट काम नहीं, मिलावट करते ही नहीं है माशाल्लाह। चले, मिलावट भाईजान हम करते ही नहीं है, ठीक है। और 190 का देते हैं। हाँ जी अल्हम्दुलिल्लाह अल्लाह की असल में हमने ये जो है ये कढ़ाई वाला दूध, ये कितने में किलो है? ये 280 रुपए केजी है। 280 रुपए जी, ये 280 रुपए केजी है। ਇਹਦੇ ਕੀ ਖੰਡ ਪੈਂਦੀ ਹੋ? ਸਰ ਖਾਣ ਨਹੀਂ ਪੈਂਦੀ। ਇਹ ਅਗਰ ਅਸੀਂ ਇਹਦੇ 250 ਲੀਟਰ ਦੁੱਧ ਪਾਇਆ ਨਾ, ਠੀਕ ਹੈ, ਤੇ ਸਾਨੂੰ ਇਹਦੀ ਸੇਲ 150 ਲੀਟਰ ਦੀ ਮਿਲਣੀ। ਉਹ ਸੁੱਕਦਾ ਰਹਤਾ ਸਾਥ, ਸੁੱਕਦਾ ਨਹੀਂ ਹੁੰਦਾ। ਵੇਖੋ ਨਾ ਹਲਕੀ ਆਂਚ ਥੱਲੇ ਹੈਗੀ ਹੈ, ਠੀਕ ਹੈ। ਤੇ ਮਕਸਦ ਗੱਲ ਕਰਨ ਦਾ ਗੈਸ ਦੇ ਪੈਸੇ ਵੀ ਇਦੋਂ ਹੀ ਕੱਢਣੇ। ਸਾਡੀ ਗੱਲ ਅਸੀਂ ਉਹ ਹੁੰਦਾ ਇਹ ਵੀ ਕਦੀ ਜ਼ਾਰੀ ਗੱਲ ਇਹ ਕੁਛ ਚੀਜ਼ਾਂ ਐਸੀ ਹੁੰਦੀਆਂ ਨੇ, ਦੁਕਾਨਦਾਰ ਜਿਹੜਾ ਕੋਈ ਵੀ ਦੁਕਾਨਦਾਰ ਨਾ, ਕੁਛ ਉਹਨੇ ਅਗਰ 10 ਆਈਟਮਾਂ ਲਾਈਆਂ ਨਾ ਭਾਈਜਾਨ, ਤੇ ਉਹਨੇ 10 ਆਈਟਮਾਂ ਦੀ ਕਮਾਈ ਨਹੀਂ ਕਰਨੀ। ਉਹਨੇ ਕਮਾਈ ਕਰਨੀ ਉਹਦੀ 4-5 ਦੇ ਵਿੱਚ। ਬਾਕੀ 4-5 ਜਿਹੜੀਆਂ ਆਈਟਮਾਂ ਹੁੰਦੀਆਂ ਨਾ, ਠੀਕ ਹੈ, ਉਹਨੇ ਆਪਣੀ ਦੁਕਾਨਦਾਰੀ ਨੂੰ, ਆਪਣੇ ਕਸਟਮਰ ਨੂੰ ਉਸ ਚੀਜ਼ ਦੀ ਸਹੂਲਤ ਦੇਣੀ ਹੁੰਦੀ ਕਿ ਯਾਰ ਕਸਟਮਰ ਮੇਰੇ ਕੋ ਆਇਆ ਹੈ ਤੇ ਮੇਰੇ ਕੋਲ ਕਸਟਮਰ ਆਇਆ ਚੀਜ਼ਾਂ ਦੀ ਡਿਮਾਂਡ ਕਰਦਾ, अपना कस्टमर पक्का करना। जी थैंक यू सो वेरी मच आपके कीमती वक्त का। तो नाजरीन, आपने देखा कि दूध जो है वो असली और नकली कैसे हो सकता है, उसमें कौन कौन से केमिकल्स डाले जा सकते हैं, या
वो कौन लोग डालते हैं और उसमें पानी की मिलावट किस हद तक हो सकती है और फूड अथॉरिटी उनको किस तरह मॉनिटर करती है। मुझे उम्मीद है कि आपको ये वीडियो पसंद आई होगी। इसके साथ ही मुझे दीजिए इजाजत, देखते रहिए आजाद डिजिटल। खुदा हाफिज।